ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਦੋ ਹੀ ਮੈਂਬਰ ਜਿਉਂਦੇ ਹਨ, ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ। ਬਾਕੀ ਦੇ ਜੋ ਪਰਿਵਾਰ ਦੇ ਮੈਂਬਰ ਹਨ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਆਪਣਿਆਂ ਵੱਲੋਂ, ਗਦਾਰਾਂ ਦੇ ਵੱਲੋਂ ਅਤੇ ਬੇਗਾਨਿਆਂ ਦੇ ਵੱਲੋਂ, ਜੋ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਇਤਿਹਾਸ ਦੇ ਵਿੱਚ ਵਿਚਾਰ ਆਏ ਹਾਂ। ਸੋ ਅੱਜ ਆਪਾਂ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਇਹਨਾਂ ਦੇ ਬਾਰੇ ਵਿਚਾਰ ਕਰਨੀ ਹੈ। ਮਹਾਰਾਣੀ ਜਿੰਦ ਕੌਰ ਦਾ ਜਨਮ 1817 ਈਸਵੀ ਦੇ ਵਿੱਚ ਭਾਈ ਮੰਨਾ ਸਿੰਘ ਔਲਖ, ਜੋ ਸਿਆਲਕੋਟ ਦੇ ਇਲਾਕੇ ਦੇ ਵਿੱਚ ਪਿੰਡ ਚਾਹੜ ਦਾ ਰਹਿਣ ਵਾਲਾ, ਇਹਨਾਂ ਦੇ ਘਰ ਵਿਖੇ ਹੋਇਆ। ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਮਹਾਰਾਣੀ ਜਿੰਦ ਕੌਰ ਨੂੰ ਸਰੀਰਕ ਤੌਰ 'ਤੇ ਬਹੁਤ ਹੀ ਸੁਹੱਪਣ ਬਖਸ਼ਿਸ਼ ਕੀਤਾ, ਉੱਥੇ ਇਸ ਨੂੰ ਬਹੁਤ ਜ਼ਿਆਦਾ ਸਿਆਣਪ ਵੀ ਬਖਸ਼ਿਸ਼ ਕੀਤੀ। ਮਹਾਰਾਣੀ ਜਿੰਦ ਕੌਰ ਬਹੁਤ ਹੀ ਜ਼ਿਆਦਾ ਸੂਝਵਾਨ ਔਰਤ ਸੀ। ਬਹੁਤ ਵਧੀਆ ਸੁਹੱਪਣ ਹੋਣ ਕਰਕੇ, ਵਧੀਆ ਸੂਝਵਾਨ ਹੋਣ ਕਰਕੇ, ਵਧੀਆ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਇਸ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਇਆ। 1838 ਈਸਵੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੁੰਦਾ ਹੈ। ਜਦੋਂ ਮਹਾਰਾਜਾ ਦਲੀਪ ਸਿੰਘ ਤਕਰੀਬਨ 8-9 ਮਹੀਨਿਆਂ ਦਾ ਹੈ, ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ। 1843 ਈਸਵੀ ਦੇ ਵਿੱਚ, 1838 ਦੇ ਵਿੱਚ ਜਨਮ ਹੋਇਆ। 1843 ਈਸਵੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਤਖਤ 'ਤੇ ਬਿਠਾ ਕੇ ਬਾਦਸ਼ਾਹ ਬਣਾ ਦਿੱਤਾ ਜਾਂਦਾ ਹੈ। ਇਹਦੀ ਉਮਰ 5 ਸਾਲ ਅਤੇ 11 ਦਿਨਾਂ ਦੀ ਹੈ। ਮਹਾਰਾਜਾ ਦਲੀਪ ਸਿੰਘ ਨੂੰ ਤਖਤ 'ਤੇ ਬਿਠਾਇਆ ਜਾਂਦਾ ਹੈ। ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਖੁਦ ਆਪ ਇਸ ਦੀ ਸਰਪ੍ਰਸਤ ਬਣ ਜਾਂਦੀ ਹੈ। ਪਰ ਇੱਥੇ ਇੱਕ ਸਿੱਖ ਸਰਦਾਰਾਂ ਦੇ ਵੱਲੋਂ ਮਹਾਰਾਣੀ ਜਿੰਦ ਕੌਰ ਦੇ ਵੱਲੋਂ ਗਲਤ ਫੈਸਲਾ ਹੋ ਜਾਂਦਾ। ਉਹ ਇਹ ਫੈਸਲਾ ਹੁੰਦਾ ਹੈ ਕਿ ਆਗੂ ਸਹੀ ਨਹੀਂ ਚੁਣੇ ਜਾਂਦੇ। ਜੋ ਲਾਹੌਰ ਦਰਬਾਰ ਦੇ ਵਿੱਚ ਆਗੂ ਚੁਣਨੇ ਹੈ ਉਹ ਸਹੀ ਨਹੀਂ ਚੁਣੇ ਜਾਂਦੇ, ਜਦ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਆਗੂ ਚੁਣਨ ਦੀ ਜੋ ਸਿੱਖਿਆ ਉਹ ਵੀ ਬਖਸ਼ਿਸ਼ ਕੀਤੀ ਗਈ ਹੈ
ਇੱਥੋਂ ਤੱਕ ਕਿ ਗੁਰੂ ਸਾਹਿਬਾਨ ਨੇ ਖੁਦ ਆਪ ਸਾਨੂੰ ਆਗੂ ਚੁਣ ਕੇ ਦਿੱਤੇ ਹੋਏ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੋਈ ਭੁਲੇਖਾ ਨਾ ਖਾਣ। ਜੇਕਰ ਅਸੀਂ ਦੂਸਰੇ ਮਤਾਂ ਦੀ ਗੱਲ ਕਰੀਏ, ਜੋ ਦੂਸਰੇ ਧਰਮ ਨੇ, ਇਸਲਾਮ ਧਰਮ ਹੈ, ਈਸਾਈ ਮਤ ਹੈ, ਸਨਾਤਨ ਮਤ ਹੈ, ਜਾਂ ਹੋਰ ਵੀ ਬਾਕੀ ਮਤ ਹਨ, ਜੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਜੋ ਪੈਗੰਬਰ ਹੋਏ ਆ, ਉਹਨਾਂ ਨੇ ਕੋਈ ਅੱਗੇ ਵਧੀਆ ਆਗੂ ਚੁਣ ਕੇ ਨਹੀਂ ਦਿੱਤਾ। ਈਸਾ ਮਸੀਹ ਦੀ ਗੱਲ ਕਰ ਲਵੋ, ਈਸਾਈ ਮਤ ਦੇ ਕੋਲ ਇੱਕ ਪੈਗੰਬਰ ਹੈ, ਈਸਾ ਮਸੀਹ। ਈਸਾ ਮਸੀਹ ਨੇ ਅੱਗੇ ਆਪਣੇ ਵਰਗਾ ਕੋਈ ਵਿਅਕਤੀ ਨਹੀਂ ਚੁਣਿਆ ਜਿਹੜਾ ਈਸਾ ਮਸੀਹ ਵਰਗਾ ਹੋਵੇ। ਉਹਨਾਂ ਦੇ ਕੋਲ ਇੱਕ ਹੀ ਪੈਗੰਬਰ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਤੋਂ ਬਾਅਦ ਕੋਈ ਹਜ਼ਰਤ ਮੁਹੰਮਦ ਨੂੰ ਨਹੀਂ ਚੁਣਿਆ। ਸਨਾਤਨ ਮਤ ਦੇ ਵਿੱਚ ਰਾਮ ਹੋਇਆ, ਸਨਾਤਨ ਮਤ ਦੇ ਵੀਰਾਂ ਵੱਲੋਂ ਉਸ ਨੂੰ ਭਗਵਾਨ ਕਹਿਆ ਜਾਂਦਾ ਹੈ। ਰਾਮ ਨੇ ਵੀ ਅੱਗੇ ਆਪਣੇ ਵਰਗਾ ਕੋਈ ਰਾਮ ਚੁਣ ਕੇ ਆਪਣੀ ਕੌਮ ਨੂੰ ਨਹੀਂ ਦਿੱਤਾ। ਪਰ ਸਿੱਖ ਮਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਰਗਾ ਗੁਰੂ ਨਾਨਕ ਸਾਹਿਬ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਚੁਣਿਆ। ਜੇਕਰ ਧੁਰ ਦਰਗਾਹੋਂ ਕੋਈ ਵਿਅਕਤੀ ਕੋਈ ਗੁਰੂ ਵਰਸਾਇਆ ਹੋਇਆ ਸੀ, ਉਹ ਗੁਰੂ ਨਾਨਕ ਸਾਹਿਬ ਸੀ। ਤੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਚੁਣੇ ਗਏ, ਜਿਨ੍ਹਾਂ ਦੀ ਚੋਣ ਗੁਰੂ ਨਾਨਕ ਸਾਹਿਬ ਨੇ ਕੀਤੀ। ਗੁਰੂ ਅੰਗਦ ਸਾਹਿਬ ਨੇ ਵੀ ਅੱਗੇ ਇੱਕ ਸਾਨੂੰ ਆਗੂ ਗੁਰੂ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ, ਗੁਰੂ ਅਮਰਦਾਸ ਜੀ। ਇਸੇ ਤਰ੍ਹਾਂ ਗੁਰੂ ਸਾਹਿਬਾਨ ਨੇ 10 ਆਗੂ, ਜਿਨ੍ਹਾਂ ਨੂੰ ਅਸੀਂ 10 ਗੁਰੂ ਸਾਹਿਬਾਨ ਕਹਿੰਦੇ ਆ, ਉਹ ਚੁਣ ਕੇ ਬਖਸ਼ਿਸ਼ ਕੀਤੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖੰਡੇ ਕੀ ਪਹੁਲ ਬਖਸ਼ਿਸ਼ ਕੀਤੀ ਹੈ, ਉਦੋਂ 5 ਪਿਆਰਿਆਂ ਦੀ ਚੋਣ ਕੀਤੀ। ਕਿੰਨੇ ਇਕੱਠ ਦੇ ਵਿੱਚੋਂ, ਗੁਣਾਂ ਦੇ ਆਧਾਰਿਤ ਤੇ। ਪਰ ਲਾਹੌਰ ਦਰਬਾਰ ਦੇ ਵਿੱਚ ਇਹ ਕਮੀ ਰਹੀ ਹੈ ਕਿ ਇੱਥੇ ਜਦੋਂ ਵੀ ਆਗੂ ਚੁਣੇ ਗਏ ਹੈ, ਉਹ ਗੁਣਾਂ ਦੇ ਆਧਾਰਿਤ ਤੇ ਨਹੀਂ ਚੁਣੇ ਗਏ, ਗਦਾਰ ਆਗੂ ਚੁਣੇ ਗਏ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਧਿਆਨ ਸਿਉ ਡੋਗਰਾ ਮੁੱਖ ਮੰਤਰੀ ਸੀ, ਜਿਹੜਾ ਸਿਰੇ ਦਾ ਗਦਾਰ ਸੀ। ਗੁਲਾਬ ਸਿਉ ਡੋਗਰਾ, ਸੁਚੇਤ ਸਿਉ ਡੋਗਰਾ, ਇਹ ਤਿੰਨੇ ਹੀ ਗਦਾਰ ਸਨ। ਤੇ ਹੁਣ ਮਹਾਰਾਣੀ ਜਿੰਦ ਕੌਰ ਨੇ ਕੀ ਕੀਤਾ, ਮਹਾਰਾਜਾ ਦਲੀਪ ਸਿੰਘ ਤਖਤ ਤੇ ਬੈਠਾ, ਆਪ ਖੁਦ ਉਸ ਦੀ ਸਰਪ੍ਰਸਤ ਬਣ ਗਈ। ਤੇ ਜੋ ਲਾਹੌਰ ਦਰਬਾਰ ਦੇ ਆਗੂ ਚੁਣੇ ਗਏ, ਮੁੱਖ ਮੰਤਰੀ ਦੇ ਅਹੁਦੇ ਤੇ ਲਾਲ ਸਿਉ ਨੂੰ ਲਾ ਦਿੱਤਾ ਗਿਆ, ਗਦਾਰ ਹੈ। ਤੇਜਾ ਸਿਉ ਨੂੰ ਸੈਨਾਪਤੀ ਬਣਾ ਦਿੱਤਾ ਗਿਆ, ਇਹ ਵੀ ਗਦਾਰ ਹੈ। ਅਤੇ ਗੁਲਾਬ ਸਿਉ ਡੋਗਰੇ ਨੂੰ ਜੰਮੂ ਤੋਂ ਦੁਬਾਰੇ ਲਿਆ ਕੇ ਉਹਨੂੰ ਵੀ ਲਾਹੌਰ ਦਰਬਾਰ ਦਾ ਵਜ਼ੀਰ ਬਣਾ ਦਿੱਤਾ ਗਿਆ, ਇਹ ਵੀ ਗਦਾਰ ਹੈ। 1843 ਈਸਵੀ ਤੋਂ ਲੈ ਕੇ 1845 ਈਸਵੀ ਤੱਕ ਇਹ 2 ਸਾਲ ਜੋ ਵੀ ਸਮੱਸਿਆਵਾਂ ਆਈਆਂ, ਜੋ ਵੀ ਮੁਸ਼ਕਲਾਂ ਆਈਆਂ, ਮਹਾਰਾਣੀ ਜਿੰਦ ਕੌਰ ਨੇ ਆਪਣੀ ਅਗਵਾਈ ਦੇ ਵਿੱਚ ਉਹਨਾਂ ਨੂੰ ਹੱਲ ਕੀਤਾ ਤੇ ਵਧੀਆ ਤਰੀਕੇ ਦੇ ਨਾਲ ਰਾਜ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦਿਨਾਂ ਦੇ ਦੌਰਾਨ ਹੀ ਲਾਲ ਸਿਉ, ਤੇਜਾ ਸਿਉ, ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਸਾਨੂੰ ਵਜ਼ੀਰੀਆਂ ਦਿੱਤੀਆਂ ਜਾਣ, ਸਾਡੇ ਅਹੁਦੇ ਇਸੇ ਤਰ੍ਹਾਂ ਕਾਇਮ ਰੱਖੇ ਜਾਣ ਤੇ ਤੁਸੀਂ ਪੰਜਾਬ ਤੇ ਕਬਜ਼ਾ ਕਰੋ, ਅਸੀਂ ਤੁਹਾਡਾ ਸਾਥ ਦੇਵਾਂਗੇ। ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰ ਲਿਆ ਗਿਆ ਤੇ ਜੋ ਜੰਗਾਂ ਕੀਤੀਆਂ ਗਈਆਂ, ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰ ਆਏ ਆ। ਅੰਗਰੇਜ਼ਾਂ ਦੇ ਨਾਲ 5 ਜੰਗਾਂ ਹੋਈਆਂ। ਮੁਦਕੀ ਦੀ ਜੰਗ ਹੋਈ, ਫੇਰੂ ਦੀ ਜੰਗ ਹੋਈ, ਬੱਦੋਵਾਲ ਦੀ ਜੰਗ ਕੀਤੀ ਗਈ।
ਇੱਕ ਜੰਗ ਜੋ ਸਭਰਾਵਾਂ ਦੀ ਜੰਗ ਕੀਤੀ ਗਈ, ਇਹ ਅਖੀਰਲੀ ਜੰਗ ਸੀ। ਦੋ ਜੰਗਾਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਨਹੀਂ ਕੀਤਾ, ਵੱਦੋਵਾਲ ਦੀ ਜੰਗ ਦਾ ਜਾਂ ਇੱਕ ਹੋਰ ਜੰਗ ਹੈ ਉਹਦਾ ਜ਼ਿਕਰ ਨਹੀਂ ਕੀਤਾ ਗਿਆ ਤੁਹਾਡੇ ਨਾਲ, ਪਰ 5 ਜੰਗਾਂ ਕੀਤੀਆਂ ਗਈਆਂ। ਅਖੀਰਲੀ ਜੰਗ 10 ਫਰਵਰੀ 1846 ਈਸਵੀ ਨੂੰ ਹੋਈ, ਜਿਸ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਵੀ ਸ਼ਹੀਦ ਹੋ ਜਾਂਦਾ ਹੈ। ਇਹਨਾਂ ਨੇ ਰੱਜ ਕੇ ਗਦਾਰੀਆਂ ਕੀਤੀਆਂ। ਲਾਲ ਸਿਉ ਨੇ, ਤੇਜਾ ਸਿਉ ਨੇ, ਗੁਲਾਬ ਸਿਉ ਡੋਗਰੇ ਨੇ। ਇਹ ਸਮਝੌਤਾ ਕੀਤਾ ਗਿਆ, ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਤੁਸੀਂ ਜੰਗਾਂ ਕਰੋ। ਅੰਗਰੇਜ਼ ਕਹਿੰਦੇ ਜੇ ਅਸੀਂ ਜੰਗਾਂ ਕਰਦੇ ਹਾਂ, ਤੁਸੀਂ ਗਦਾਰੀ ਕਰੋਗੇ, ਫਿਰ ਹੀ ਅਸੀਂ ਸਿੱਖ ਸਰਦਾਰਾਂ ਨੂੰ ਹਰਾ ਸਕਦੇ ਹਾਂ। ਤੇ ਇਹ ਲਾਲ ਸਿਉ ਵਰਗੇ ਕਹਿੰਦੇ ਸਿੱਖ ਸਰਦਾਰਾਂ ਨੂੰ ਹਰਾਇਆ ਕੁਝ ਨਹੀਂ ਬਣਨਾ, ਇਹਨਾਂ ਨੂੰ ਮਾਰਨਾ ਪਵੇਗਾ। ਹਰਾਉਣ ਦੇ ਨਾਲ ਤੁਸੀਂ ਰਾਜ ਨਹੀਂ ਕਰ ਸਕਦੇ, ਇਹ ਸਿੱਖ ਸਰਦਾਰਾਂ ਨੂੰ ਤਾਂ ਮਾਰਨਾ ਪਵੇਗਾ। ਇਹ 5 ਜੰਗਾਂ ਦੇ ਦੌਰਾਨ ਸਿੱਖ ਸਰਦਾਰ ਜੋ ਫੌਜ ਸੀ ਉਹ ਮਰਵਾਈ ਗਈ, ਕਿਉਂਕਿ ਅੰਗਰੇਜ਼ਾਂ ਨੂੰ ਪਤਾ ਹੈ ਲਾਹੌਰ ਦਰਬਾਰ ਦੇ ਵਿੱਚ ਜੇਕਰ ਕੋਈ ਤਾਕਤ ਹੈ ਤਾਂ ਉਹ ਕੇਵਲ ਸਿੱਖ ਸਰਦਾਰਾਂ ਦੀ ਫੌਜ ਹੈ। ਆਗੂ ਜਿਹੜੇ ਸਨ ਉਹ ਮਰ ਚੁੱਕੇ ਨੇ ਪਹਿਲਾਂ ਹੀ, ਤੇ ਜਿਹੜੇ ਹੁਣ ਆਗੂ ਨੇ ਉਹ ਗਦਾਰੀ ਕਰਨਗੇ, ਸਾਡੇ ਨਾਲ ਆ ਮਿਲੇ ਹੈ। ਤੇ ਜੇਕਰ ਕੋਈ ਤਾਕਤ ਹੈ ਉਹ ਸਿੱਖ ਸਰਦਾਰਾਂ ਦੀ ਫੌਜ ਹੈ, ਤੇ ਇਹ ਸਿੱਖ ਸਰਦਾਰਾਂ ਦੀ ਫੌਜ ਦਾ ਕੋਈ ਆਗੂ ਵੀ ਨਹੀਂ, ਇਹਨਾਂ ਨੂੰ ਮਾਰਨਾ ਪਵੇਗਾ। ਤੇ 5 ਜੰਗਾਂ ਦੇ ਵਿੱਚ ਸਿੱਖ ਫੌਜ ਦਾ ਨੁਕਸਾਨ ਕੀਤਾ ਗਿਆ। ਸਭਰਾਵਾਂ ਦੀ ਜੰਗ ਦੇ ਵਿੱਚ ਤਾਂ ਇਹ ਤੇਜਾ ਸਿਉ ਵਰਗਿਆਂ ਨੇ ਖੁਦ ਆਪ ਗੋਲੀਆਂ ਚਲਾਈਆਂ ਸਿੱਖ ਸਰਦਾਰਾਂ ਦੀ ਫੌਜ ਤੇ। 10 ਜੁਲਾਈ 1846 ਈਸਵੀ ਨੂੰ ਅਖੀਰਲੀ ਜੰਗ ਹੁੰਦੀ ਹੈ, ਸਭਰਾਵਾਂ ਦੀ ਜੰਗ। ਅੰਗਰੇਜ਼ ਜਿੱਤ ਪ੍ਰਾਪਤ ਕਰਦੇ ਹੈ। 12 ਫਰਵਰੀ 1846 ਈਸਵੀ ਨੂੰ ਉਹ ਕਸੂਰ ਦੇ ਕਿਲੇ ਤੇ ਕਬਜ਼ਾ ਕਰਦੇ ਹੈ। ਇਹ ਲਾਲ ਸਿਉ ਤੇ ਤੇਜਾ ਸਿਉ ਆਪਣੇ ਵੱਲੋਂ ਤੋਹਫੇ ਲੈ ਕੇ ਉਹਨਾਂ ਦੀ ਚਾਪਲੂਸੀ ਕਰਨ ਦੇ ਲਈ, ਤਾਂ ਕਿ ਸਾਨੂੰ ਵਧੀਆ ਵਜ਼ੀਰੀਆਂ ਮਿਲ ਜਾਣ, ਇਨਾਮ ਮਿਲ ਜਾਵੇ, ਅਸੀਂ ਗਦਾਰੀਆਂ ਕੀਤੀਆਂ, ਉੱਥੇ ਪਹੁੰਚਦੇ ਹੈ। ਪਰ ਜੋ ਅੰਗਰੇਜ਼ ਆਫੀਸਰ ਹੁੰਦੇ ਆ ਉਹ ਇਹਨਾਂ ਨੂੰ ਕਹਿੰਦੇ ਹੈ ਵੀ ਤੁਸੀਂ ਕੌਣ ਹੁੰਦੇ ਹੋ, ਅਸੀਂ ਜੇਕਰ ਕੋਈ ਗੱਲ ਕਰਨੀ ਹੋਵੇਗੀ ਉਹ ਮਹਾਰਾਜਾ ਦਲੀਪ ਸਿੰਘ ਦੇ ਨਾਲ ਕਰਾਂਗੇ, ਤੁਸੀਂ ਆਪਣਿਆਂ ਦੇ ਸਕੇ ਨਹੀਂ ਹੋਏ, ਸਾਡੇ ਕਿੱਥੋਂ ਸਕੇ ਹੋ ਜਾਵੋਗੇ। ਉਸ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ 12 ਫਰਵਰੀ 1846 ਈਸਵੀ ਨੂੰ ਕਸੂਰ ਦੇ ਵਿੱਚ ਪਹੁੰਚਦੇ ਹੈ। 26 ਫਰਵਰੀ 1846 ਈਸਵੀ ਨੂੰ ਲਾਹੌਰ ਦੇ ਵਿੱਚ ਇਹ ਕਾਬਜ ਹੁੰਦੇ ਹੈ, ਲਾਹੌਰ ਵਿੱਚ ਪਹੁੰਚ ਜਾਂਦੇ ਹੈ। 16 ਦਸੰਬਰ 1846 ਈਸਵੀ ਨੂੰ ਅਹਿਦਨਾਮਾ ਲਿਖਿਆ ਜਾਂਦਾ, ਕੁਝ ਸ਼ਰਤਾਂ ਲਿਖੀਆਂ ਜਾਂਦੀਆਂ। ਭਾਈ ਕਾਹਨ ਸਿੰਘ ਨਾਭੇ ਨੇ ਅਹਿਦਨਾਮੇ ਦਾ ਅਰਥ ਕੀਤਾ ਕੁਝ ਵਾਅਦੇ ਕਰਨੇ। ਅਹਿਦਨਾਮੇ ਦਾ ਅਰਥ ਹੁੰਦਾ ਵਾਅਦਾ ਕਰਨਾ, ਤੇ ਉਸ ਵਾਅਦੇ ਦੇ ਵਿੱਚ ਕੁਝ ਸ਼ਰਤਾਂ ਲਿਖੀਆਂ ਜਾਂਦੀਆਂ। ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰ ਆਏ ਹਾਂ। 18 ਅਗਸਤ 1847 ਈਸਵੀ ਨੂੰ, ਇਹ ਤਰੀਕ ਤੋਂ ਪਹਿਲਾਂ ਇੱਕ ਮੈਂ ਇਹ ਵੀ ਘਟਨਾ ਦੀ ਸਾਂਝ ਪਾ ਜਾਵਾਂ ਸੰਖੇਪ ਦੇ ਵਿੱਚ। ਇਸ ਅਹਿਦਨਾਮੇ ਤੋਂ ਬਾਅਦ ਜਦੋਂ ਇਹ ਅਹਿਦਨਾਮਾ ਲਿਖਿਆ ਜਾਂਦਾ 18 ਦਸੰਬਰ 1846 ਈਸਵੀ ਨੂੰ, ਉਸ ਤੋਂ ਬਾਅਦ ਗੁਲਾਬ ਸਿਉ ਡੋਗਰੇ ਨੂੰ ਜੰਮੂ ਦਾ ਬਾਦਸ਼ਾਹ ਬਣਾਇਆ ਜਾਂਦਾ ਅੰਗਰੇਜ਼ਾਂ ਦੇ ਵੱਲੋਂ। ਲਾਲ ਸਿਉ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ, ਤੇਜਾ ਸਿਉ ਨੂੰ ਸੈਨਾਪਤੀ ਬਣਾ ਦਿੱਤਾ ਜਾਂਦਾ। ਲਾਲ ਸਿਉ ਨੂੰ ਇਹ ਗੱਲ ਖੜਕਦੀ ਹੈ ਕਿ ਅਸੀਂ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ, ਇਨਾਮ ਬਹੁਤ ਜ਼ਿਆਦਾ ਵੱਡਾ ਗੁਲਾਬ ਸਿਉ ਡੋਗਰਾ ਲੈ ਗਿਆ, ਉਹ ਬਾਦਸ਼ਾਹ ਬਣ ਗਿਆ। ਲਾਲ ਸਿਉ ਡੋਗਰਾ ਇੱਕ ਪੱਤਰ ਲਿਖਦਾ ਇਮਾਮੂਦੀਨ ਨੂੰ, ਜੋ ਜੰਮੂ ਦਾ ਰਹਿਣ ਵਾਲਾ ਹੈ, ਕਿ ਤੁਸੀਂ ਬਗਾਵਤ ਕਰੋ, ਗੁਲਾਬ ਸਿਉ ਡੋਗਰੇ ਨੂੰ ਬਾਦਸ਼ਾਹ ਨਾ ਬਣਨ ਦਿਓ।
ਉਹਦੇ ਵੱਲੋਂ ਰੁਕਾਵਟ ਪੈਦਾ ਕੀਤੀ ਜਾਂਦੀ ਹੈ। ਅੰਗਰੇਜ਼ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਆ। ਅੰਗਰੇਜ਼ਾਂ ਦੇ ਕਹਿਣ 'ਤੇ ਜਦੋਂ ਅੰਗਰੇਜ਼ ਉਸ ਨੂੰ ਪੁੱਛਦੇ ਆ ਵੀ ਤੁਸੀਂ ਕਿਉਂ ਰੁਕਾਵਟ ਪੈਦਾ ਕਰ ਰਹੇ ਹੋ, ਉਹ ਨਾਮ ਲੈ ਦਿੰਦਾ ਵੀ ਮੈਨੂੰ ਲਾਹੌਰ ਦਰਬਾਰ ਦਾ ਜੋ ਮੁੱਖ ਮੰਤਰੀ ਹੈ ਉਹਦੇ ਵੱਲੋਂ ਹੁਕਮ ਆਇਆ। ਹੁਣ ਮੁੱਖ ਮੰਤਰੀ ਦਾ ਹੁਕਮ ਥੋੜ੍ਹੀ ਟਾਲਿਆ ਜਾ ਸਕਦਾ। ਜਦੋਂ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਵੀ ਲਾਲ ਸਿਉਂ ਸਾਡੇ ਨਾਲ ਵੀ ਗਦਾਰੀ ਕਰ ਰਿਹਾ ਹੈ, ਜਿਹਨੂੰ ਅਸੀਂ ਬਾਦਸ਼ਾਹ ਬਣਾਇਆ, ਉਹਨੂੰ ਬਾਦਸ਼ਾਹ ਬਣਨ ਦੇ ਵਿੱਚ ਰੁਕਾਵਟ ਪੈਦਾ ਕਰ ਰਿਹਾ, ਲਾਲ ਸਿਉਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਕੇ ਇਹਦੀਆਂ ਸਾਰੀਆਂ ਸੁੱਖ ਸਹੂਲਤਾਂ ਖਤਮ ਕਰ ਦਿੱਤੀਆਂ ਜਾਂਦੀਆਂ। 2500 ਰੁਪਈਆ ਪੈਨਸ਼ਨ ਮਹੀਨੇ ਦੀ ਬੰਨ੍ਹ ਦਿੱਤੀ ਜਾਂਦੀ ਹੈ। ਇਹ ਦੇਹਰਾਦੂਨ ਦੇ ਇਲਾਕੇ ਵਿੱਚ ਭੇਜ ਦਿੱਤਾ ਜਾਂਦਾ। ਉੱਥੇ ਬਹੁਤ ਜ਼ਿਆਦਾ ਬੁਰੀ ਮੌਤੇ ਮਰਦਾ ਆਪਣੇ ਆਪ। ਹੁਣ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੈ। ਹਾਰਡਿੰਗ ਕੀ ਕਰਦਾ ਹੈ, ਇੱਕ ਕੌਂਸਲ ਬਣਾ ਦਿੰਦਾ ਹੈਗਾ। ਉਸ ਕੌਂਸਲ ਦੇ ਵਿੱਚ ਆਗੂ ਆਪ ਬਣ ਜਾਂਦਾ ਹਾਰਡਿੰਗ, ਤੇ 4 ਮੈਂਬਰ ਬਣਾ ਦਿੱਤੇ ਜਾਂਦੇ ਆ, ਨੂਰਦੀਨ, ਦੀਨਾਨਾਥ, ਤੇਜਾ ਸਿਉਂ ਤੇ ਸ਼ੇਰ ਸਿੰਘ ਅਟਾਰੀ ਵਾਲਾ। ਇਸ ਕੌਂਸਲ ਨੇ ਜੋ ਵੀ ਕੰਮ ਕਰਨੇ ਹੈ, ਜੋ ਵੀ ਲਾਹੌਰ ਦਰਬਾਰ ਦਾ ਰਾਜ ਪ੍ਰਬੰਧ ਚਲਾਉਣਾ, ਉਹ ਹਾਰਡਿੰਗ ਦੇ ਪੁੱਛੇ ਬਗੈਰ ਨਹੀਂ ਚਲਾ ਸਕਦੇ, ਕਿਉਂਕਿ ਉਹ ਆਗੂ ਹੈ ਇਹਨਾਂ 4 ਮੈਂਬਰਾਂ ਦਾ। ਹਾਰਡਿੰਗ ਵੱਲੋਂ ਇੱਕ ਚਾਲ ਹੋਰ ਚੱਲੀ ਜਾਂਦੀ ਹੈ, ਇਹਨਾਂ ਤੋਂ ਐਪਲੀਕੇਸ਼ਨ ਲਿਖਵਾ ਲਈ ਜਾਂਦੀ ਹੈ ਵੀ ਜੋ ਮਹਾਰਾਜਾ ਦਲੀਪ ਸਿੰਘ ਹੈ ਉਹਦੀ ਜਿਹੜੀ ਪਾਲਣਾ ਪੋਸ਼ਣ ਹੈ ਉਹ ਅੰਗਰੇਜ਼ ਸਰਕਾਰ ਦੇ ਅਧੀਨ ਹੋਣੀ ਚਾਹੀਦੀ ਹੈ, ਮਹਾਰਾਣੀ ਜਿੰਦ ਕੌਰ ਦੇ ਅਧੀਨ ਨਹੀਂ ਹੋਣੀ ਚਾਹੀਦੀ। ਹਾਰਡਿੰਗ ਇਹ ਗੱਲ ਨੂੰ ਸਮਝਦਾ, ਭਾਵੇਂ ਅਸੀਂ ਹੀ ਰਾਜ ਪ੍ਰਬੰਧ ਚਲਾ ਰਹੇ ਹਾਂ ਲਾਹੌਰ ਦਰਬਾਰ ਦਾ, ਜਦੋਂ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਕੋਈ ਕੰਮ ਕਰਨ ਦੇ ਲਈ ਕਹਿੰਦੇ ਹਾਂ, ਉਹ ਸਾਡੀ ਗੱਲ ਸੁਣਦਾ ਜ਼ਰੂਰ ਹੈ ਪਰ ਮੰਨਦਾ ਆਪਣੀ ਸਤਿਕਾਰਯੋਗ ਮਾਤਾ ਦੀ ਗੱਲ ਹੈ। ਇਸ ਕਰਕੇ ਮਹਾਰਾਣੀ ਜਿੰਦ ਕੌਰ ਦੇ ਕੋਲੋਂ ਇਸ ਦੇ ਬੱਚੇ ਨੂੰ ਪਰਾਂ ਕਰਨਾ ਹੀ ਪਵੇਗਾ, ਜਾਂ ਮਹਾਰਾਣੀ ਜਿੰਦ ਕੌਰ ਨੂੰ ਪਰਾਂ ਕਰਨਾ ਪਵੇਗਾ ਮਹਾਰਾਜਾ ਦਲੀਪ ਸਿੰਘ ਤੋਂ, ਤਾਂ ਕਿ ਇਹ ਸਾਡੀ ਗੱਲ ਮੰਨੇ। ਇੱਕ ਝੂਠੀ ਮੂਠੀ ਜੀ ਐਪਲੀਕੇਸ਼ਨ ਲਿਖੀ ਜਾਂਦੀ ਹੈ, ਉਹਦੇ ਆਧਾਰਿਤ 'ਤੇ ਇਹ ਫੈਸਲਾ ਕੀਤਾ ਜਾਂਦਾ ਮਹਾਰਾਜਾ ਦਲੀਪ ਸਿੰਘ ਦੀ ਜੋ ਪਾਲਣਾ ਪੋਸ਼ਣ ਹੈ ਉਹ ਅੰਗਰੇਜ਼ ਸਰਕਾਰ ਦੇ ਅਧੀਨ ਹੋਵੇਗੀ। 18 ਅਗਸਤ 1847 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਇਸ ਦਾ ਪੁੱਤਰ, ਜਿਸ ਦੀ ਉਮਰ ਤਕਰੀਬਨ 8 ਸਾਲ ਦੀ ਹੈ, ਇਹ ਸੰਮਨ ਬੁਰਜ ਦੇ ਵਿੱਚ ਰਹਿ ਰਹੇ ਹੈ। ਹਾਰਡਿੰਗ ਗੁਲਾਬ ਸਿੰਘ ਅਤੇ ਚਤਰ ਸਿੰਘ ਅਟਾਰੀ ਵਾਲਾ, ਜੋ ਇਹਦਾ ਪੁੱਤਰ ਹੈਗਾ ਗੁਲਾਬ ਸਿੰਘ, ਉਸ ਨੂੰ ਇੱਕ ਗੱਲ ਕਹਿੰਦਾ ਹੈ ਵੀ ਅੱਜ ਦਿਨ ਦੇ ਦੌਰਾਨ ਤੁਸੀਂ ਕੀ ਕਰਨਾ ਹੈ, ਮਹਾਰਾਜਾ ਦਲੀਪ ਸਿੰਘ ਨੂੰ ਜੋ ਸ਼ਾਲੀਮਾਰ ਬਾਗ ਹੈ ਉਸ ਦੇ ਵਿੱਚ ਲੈ ਜਾਣਾ। ਉੱਥੇ ਕੋਈ ਮੇਲਾ ਸੀ ਤੇ ਉੱਥੇ ਇਸ ਨੂੰ ਰੱਖਣਾ ਤੇ ਸ਼ਾਮ ਨੂੰ ਵਾਪਸ ਨਹੀਂ ਲੈ ਕੇ ਆਉਣਾ। ਸ਼ਾਮ ਨੂੰ ਵੀ ਉੱਥੇ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ ਰਹਿਣ ਦਾ। ਗੁਲਾਬ ਸਿੰਘ ਇਸ ਬੱਚੇ ਨੂੰ 8 ਅਗਸਤ 1847 ਈਸਵੀ ਨੂੰ ਮੇਲੇ ਦੇ ਵਿੱਚ ਲੈ ਜਾਂਦਾ, ਸ਼ਾਲੀਮਾਰ ਬਾਗ ਦੇ ਵਿੱਚ। ਉੱਥੇ ਸਾਰਾ ਦਿਨ ਘੁੰਮਦੇ ਹੈ। ਜਦੋਂ ਸ਼ਾਮ ਹੋ ਜਾਂਦੀ ਹੈ, ਮਹਾਰਾਜਾ ਦਲੀਪ ਸਿੰਘ ਕਹਿੰਦਾ ਮੈਂ ਆਪਣੀ ਮਾਤਾ ਦੇ ਕੋਲ ਜਾਣਾ ਹੈ। ਗੁਲਾਬ ਸਿੰਘ ਕਹਿੰਦਾ ਵੀ ਤੁਸੀਂ ਨਹੀਂ ਜਾ ਸਕਦੇ। ਗੁਲਾਬ ਸਿੰਘ ਉਂਝ ਇਮਾਨਦਾਰ ਹੈ ਪਰ ਉਹ ਮਜਬੂਰ ਹੈ, ਉਹ ਸਮਝਦਾ ਵੀ ਇੱਥੇ ਹੁਣ ਅੰਗਰੇਜ਼ਾਂ ਦਾ ਹੁਕਮ ਚੱਲਦਾ, ਉਹਨਾਂ ਦਾ ਹੁਕਮ ਮੰਨਣਾ ਪਵੇਗਾ। ਉਸ ਦਾ ਉੱਥੇ ਹੀ ਪ੍ਰਬੰਧ ਕਰ ਦਿੱਤਾ ਜਾਂਦਾ ਹੈ। ਸਤਿਕਾਰਯੋਗ ਮਾਤਾ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਸੰਮਨ ਬੁਰਜ ਦੇ ਵਿੱਚ। ਆਖਰ ਮਹਾਰਾਜਾ ਦਲੀਪ ਸਿੰਘ ਉਦਾਸ ਹੋ ਜਾਂਦਾ ਹੈ, ਕਿਉਂਕਿ ਉਹ ਇੱਕ ਬੱਚਾ ਹੈ
ਤੇ ਇੱਕ ਬੱਚੇ ਦਾ ਆਪਣੀ ਮਾਤਾ ਦੇ ਨਾਲ ਬਹੁਤ ਹੀ ਜ਼ਿਆਦਾ ਸਨੇਹ ਹੁੰਦਾ ਹੈ। ਅੱਗੇ ਉਹ ਆਪਣੀ ਮਾਤਾ ਦੀ ਬੁੱਕਲ ਦੇ ਵਿੱਚ ਸਿਰ ਰੱਖ ਕੇ ਸੌਂਦਾ ਸੀ, ਅੱਜ ਉਹਦੀ ਮਾਤਾ ਨਜ਼ਰ ਵੀ ਨਹੀਂ ਆ ਰਹੀ। ਉਦਾਸ ਹੋ ਜਾਂਦਾ ਹੈ, ਉਹਦੇ ਲਈ ਭੋਜਨ ਵੀ ਤਿਆਰ ਕੀਤਾ ਜਾਂਦਾ ਹੈ ਪਰ ਉਹ ਨਹੀਂ ਖਾਂਦਾ। ਦੂਸਰੇ ਪਾਸੇ ਕੀ ਕੀਤਾ ਜਾਂਦਾ ਹੈ, ਸੰਮਨ ਬੁਰਜ ਦੇ ਵਿੱਚੋਂ ਮਹਾਰਾਣੀ ਜਿੰਦ ਕੌਰ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹਨੂੰ ਲਾਹੌਰ ਦਰਬਾਰ ਤੋਂ 20 ਕੁ ਮੀਲ ਦੀ ਦੂਰੀ ਤੇ ਸ਼ੇਖੂਪੁਰਾ, ਜੋ ਇੱਕ ਅਸਥਾਨ ਦਾ ਨਾਂ ਹੈ, ਪਾਕਿਸਤਾਨ ਦਾ ਜ਼ਿਲ੍ਹਾ ਵੀ ਹੈ ਸ਼ੇਖੂਪੁਰਾ, ਉੱਥੇ ਨਜ਼ਰਬੰਦ ਕਰ ਦਿੱਤਾ ਜਾਂਦਾ। ਉੱਥੇ ਲਿਜਾਇਆ ਜਾਂਦਾ ਮਹਾਰਾਣੀ ਜਿੰਦ ਕੌਰ ਨੂੰ। ਮਹਾਰਾਜਾ ਦਲੀਪ ਸਿੰਘ ਨੂੰ ਵਿਛੋੜ ਦਿੱਤਾ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦੀ ਪੈਨਸ਼ਨ ਬੰਨ੍ਹ ਦਿੱਤੀ ਜਾਂਦੀ ਹੈ, 1.5 ਲੱਖ ਰੁਪਈਆ ਸਾਲਾਨਾ ਪੈਨਸ਼ਨ, ਤੇ ਵਿਛੋੜ ਦਿੱਤਾ ਜਾਂਦਾ ਹੈ। ਦੂਸਰੇ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਦੇ ਵਿੱਚ ਲਿਆਂਦਾ ਜਾਂਦਾ ਹੈ। ਉਹ ਆਪਣੀ ਮਾਤਾ ਨੂੰ ਵੇਖਦਾ ਪਰ ਮਾਤਾ ਉਹਦੀ ਨਜ਼ਰ ਕੋਈ ਨਹੀਂ ਆਉਂਦੀ। ਮਹਾਰਾਜਾ ਦਲੀਪ ਸਿੰਘ ਸਮਝਦਾ ਹੈ ਕਿ ਮੇਰੀ ਮਾਤਾ ਹੈ, ਉਹ ਨਜ਼ਰ ਨਹੀਂ ਆ ਰਹੀ ਤੇ ਅੱਜ ਮੇਰੇ ਕੋਲੋਂ ਸਭ ਕੁਝ ਚਲਿਆ ਗਿਆ। ਇੰਨਾ ਕੁ ਉਹ ਸਮਝਦਾ ਵੀ ਇੱਥੇ ਅੰਗਰੇਜ਼ਾਂ ਦਾ ਹੁਕਮ ਚੱਲਦਾ ਹੈ। ਪਹਿਲਾਂ ਤਾਂ ਕੇਵਲ ਰਾਜ ਭਾਗ ਗਿਆ ਸੀ, ਹੁਣ ਮਾਤਾ ਵੀ ਚਲੀ ਗਈ ਹੈ। ਇਨ੍ਹਾਂ ਦਿਨਾਂ ਦੇ ਦੌਰਾਨ ਕੀ ਹੁੰਦਾ ਹੈ, ਜੋ ਇੱਕ ਡਾਕਟਰ ਹਰਜਿੰਦਰ ਸਿੰਘ ਦਲਗੀਰ ਹੋਇਆ ਵਿਦਵਾਨ, ਉਸਨੇ ਜ਼ਿਕਰ ਕੀਤਾ ਵੀ ਇੱਕ ਵਾਰੀ ਸ਼ੇਖੂਪੁਰੇ ਦੇ ਵਿੱਚ ਰਹਿ ਰਹੀ ਹੈ ਮਹਾਰਾਣੀ ਜਿੰਦ ਕੌਰ। ਉਹਨੇ ਕੁਝ ਖਿਡੌਣੇ ਤੇ ਕੁਝ ਖਾਣ ਪੀਣ ਦਾ ਸਮਾਨ ਮਹਾਰਾਜਾ ਦਲੀਪ ਸਿੰਘ ਨੂੰ ਭੇਜਿਆ ਸੀ। ਉਹ ਇੱਕ ਵਾਰੀ ਤਾਂ ਸਮਾਨ ਭੇਜ ਦਿੱਤਾ ਗਿਆ, ਦੂਸਰੀ ਵਾਰੀ ਉਹਦੇ ਉੱਪਰ ਵੀ ਰੋਕ ਲਾ ਦਿੱਤੀ ਗਈ। ਤੇ ਅੰਗਰੇਜ਼ ਹਾਰਡਿੰਗ ਨੇ ਕੀ ਕੀਤਾ, ਮਹਾਰਾਣੀ ਜਿੰਦ ਕੌਰ ਦੀ ਜਿਹੜੀ ਪੈਨਸ਼ਨ 1.5 ਲੱਖ ਰੁਪਈਆ ਬੰਨੀ ਗਈ ਸੀ ਸਾਲਾਨਾ ਦੀ, ਉਹ ਘਟਾ ਕੇ 1,02,000 ਰੁਪਈਆ ਕਰ ਦਿੱਤੀ ਗਈ। ਇਸ ਸਮੇਂ ਦੇ ਦੌਰਾਨ ਕੀ ਹੋਇਆ, ਇੱਕ ਘਟਨਾ ਹੋਰ ਘਟਦੀ ਹੈ। ਉਹ ਘਟਨਾ ਇਹ ਹੈ, ਜੋ ਚਤਰ ਸਿੰਘ ਅਟਾਰੀ ਵਾਲਾ ਹੈ, ਉਹਦੀ ਲੜਕੀ ਦਾ ਰਿਸ਼ਤਾ ਮਹਾਰਾਜਾ ਦਲੀਪ ਸਿੰਘ ਨੂੰ ਹੋਇਆ ਸੀ। ਚਤਰ ਸਿੰਘ ਨੇ ਅੰਗਰੇਜ਼ਾਂ ਤੋਂ ਇਜਾਜ਼ਤ ਮੰਗੀ, ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ, ਮਹਾਰਾਜਾ ਦਲੀਪ ਸਿੰਘ ਦੇ ਨਾਲ ਵਿਆਹ ਕਰਨਾ। ਅੰਗਰੇਜ਼ਾਂ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਵੀ ਤੁਸੀਂ ਵਿਆਹ ਕਰੋ ਮਹਾਰਾਜਾ ਦਲੀਪ ਸਿੰਘ ਦੇ ਨਾਲ ਆਪਣੀ ਲੜਕੀ ਦਾ। ਚਤਰ ਸਿੰਘ ਨੇ ਕੀ ਕੀਤਾ, ਇਸ ਵਿਰੋਧ ਦੇ ਵਿੱਚ ਵੀ ਵਿਆਹ ਨਹੀਂ ਕਰਨ ਦਿੱਤਾ ਜਾ ਰਿਹਾ, ਉਹਨੇ ਬਗਾਵਤ ਕੀਤੀ ਅੰਗਰੇਜ਼ਾਂ ਦੇ ਖਿਲਾਫ। ਉਹ ਬਗਾਵਤ ਨੂੰ ਦਬਾ ਦਿੱਤਾ ਗਿਆ। ਉਹਦਾ ਸਾਰਾ ਜਿੰਨਾ ਦੋਸ਼ ਸੀਗਾ ਉਹ ਮਹਾਰਾਣੀ ਜਿੰਦ ਕੌਰ ਦੇ ਸਿਰ ਮੜ ਦਿੱਤਾ ਗਿਆ। ਇਹਦੇ ਕਹਿਣ ਤੇ ਬਗਾਵਤ ਕੀਤੀ ਹੈ ਚਤਰ ਸਿੰਘ ਅਟਾਰੀ ਵਾਲੇ ਨੇ। ਇਹ ਬਹਾਨਾ ਬਣਾ ਕੇ ਮਹਾਰਾਣੀ ਜਿੰਦ ਕੌਰ ਨੂੰ 30 ਅਗਸਤ 1848 ਈਸਵੀ ਨੂੰ ਸ਼ੇਖੂਪੁਰੇ ਤੋਂ ਬਦਲ ਕੇ ਬਨਾਰਸ ਲਿਜਾਇਆ ਗਿਆ ਤੇ ਬਨਾਰਸ ਦੇ ਕਿਲੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਦਿਨ ਮਹਾਰਾਣੀ ਜਿੰਦ ਕੌਰ ਬਹੁਤ ਜ਼ਿਆਦਾ ਰੋਈ, ਕਿਉਂਕਿ ਉਸ ਨੂੰ ਪਤਾ ਚੱਲ ਗਿਆ ਵੀ ਪਹਿਲਾਂ ਤਾਂ ਮੈਂ ਕੇਵਲ ਲਾਹੌਰ ਤੋਂ 20 ਕੁ ਮੀਲ ਦੀ ਦੂਰੀ 'ਤੇ ਸੀ, ਆਪਣੇ ਪੰਜਾਬ ਦੇ ਵਿੱਚ ਸੀ। ਸ਼ੇਖੂਪੁਰੇ ਦੇ ਵਿੱਚ ਸਿੱਖ ਸਰਦਾਰ ਵੀ ਆਉਂਦੇ ਜਾਂਦੇ ਸਨ, ਪਰ ਹੁਣ ਮੈਨੂੰ ਲਾਹੌਰ ਦਰਬਾਰ ਤੋਂ ਵੀ ਦੂਰ ਕੀਤਾ ਜਾ ਰਿਹਾ, ਮੇਰੇ ਪੁੱਤਰ ਤੋਂ ਵੀ ਦੂਰ ਕੀਤਾ ਜਾ ਰਿਹਾ, ਮੇਰੇ ਦੇਸ਼ ਪੰਜਾਬ ਤੋਂ ਵੀ ਦੂਰ ਕੀਤਾ ਜਾ ਰਿਹਾ। ਉਸ ਨੂੰ ਪਤਾ ਲੱਗ ਗਿਆ, ਅਨੁਭਵ ਹੋ ਗਿਆ ਵੀ ਹੋ ਸਕਦਾ ਸ਼ਾਇਦ ਹੁਣ ਮੈਨੂੰ ਕਦੇ ਵੀ ਮਹਾਰਾਜਾ ਦਲੀਪ ਸਿੰਘ ਨੂੰ ਨਾ ਮਿਲਣ ਦਿੱਤਾ ਜਾਵੇ। 1848 ਈਸਵੀ ਦੇ ਵਿੱਚ ਬਨਾਰਸ ਦੇ ਵਿੱਚ ਇਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਹਾਰਡਿੰਗ ਨੇ ਇਹਦੀ ਪੈਨਸ਼ਨ ਹੋਰ ਘਟਾ ਦਿੱਤੀ। 1,02,000 ਰੁਪਈਆ ਪੈਨਸ਼ਨ ਨੂੰ ਘਟਾ ਕੇ ਕੁੱਲ 12,000 ਪੈਨਸ਼ਨ, ਇੱਕ ਮਹੀਨੇ ਦਾ 1,000 ਰੁਪਈਆ।
ਇੰਨੀ ਪੈਨਸ਼ਨ ਕਰ ਦਿੱਤੀ ਗਈ। ਉਸ ਜੇਲ੍ਹ ਦੇ ਵਿੱਚ ਮਹਾਰਾਣੀ ਜਿੰਦ ਕੌਰ ਜੇਲ੍ਹ ਦੇ ਵਿੱਚ ਕੈਦ ਹੈ, ਤੇ ਇੱਧਰ ਮਹਾਰਾਜਾ ਦਲੀਪ ਸਿੰਘ ਉਸ ਦੀ ਪਾਲਣਾ ਪੋਸ਼ਣ ਹੈ ਉਹ ਅੰਗਰੇਜ਼ਾਂ ਨੇ ਕਰਨੀ ਹੈ, ਅੰਗਰੇਜ਼ ਸਰਕਾਰ ਨੇ। ਉਹ ਵੀ ਚਾਹੁੰਦੇ ਆ ਵੀ ਜੋ ਮਹਾਰਾਜਾ ਦਲੀਪ ਸਿੰਘ ਦੀ ਪਾਲਣ ਪੋਸ਼ਣ ਆ ਉਹ ਵਧੀਆ ਹੋਣੀ ਚਾਹੀਦੀ ਹੈ, ਸਾਡੇ ਅਧੀਨ ਰਹਿ ਕੇ ਕਿਤੇ ਇਹ ਵਿਗੜ ਨਾ ਜਾਵੇ। ਇਸ ਲਈ ਉਹਨਾਂ ਦਾ ਉਪਰਾਲਾ ਇਹ ਹੈ ਇਸ ਨੂੰ ਵੀ ਲਾਹੌਰ ਦਰਬਾਰ ਤੋਂ ਪਰੇ ਕੀਤਾ ਜਾਵੇ, ਉਸ ਨੂੰ ਇੰਗਲੈਂਡ ਦੀ ਧਰਤੀ ਤੇ ਲਿਜਾਇਆ ਜਾਣਾ। ਇਨ੍ਹਾਂ ਦਿਨਾਂ ਦੇ ਦੌਰਾਨ ਇੱਕ ਘਟਨਾ ਹੋਰ ਘਟਦੀ ਹੈ। 12 ਜੁਲਾਈ 1848 ਈਸਵੀ ਨੂੰ ਲਾਹੌਰ ਦਰਬਾਰ ਦੇ ਵਿੱਚੋਂ ਇੱਕ ਪੱਤਰ ਲਿਖਿਆ ਜਾਂਦਾ ਹੈ, ਬਨਾਰਸ ਦੇ ਵਿੱਚ ਭੇਜਿਆ ਜਾਂਦਾ ਹੈ, ਜਿਹੜੀ ਜੇਲ੍ਹ ਦੇ ਵਿੱਚ ਬੰਦ ਹੈ ਮਹਾਰਾਣੀ ਜਿੰਦ ਕੌਰ। ਉੱਥੋਂ ਦੇ ਮੁਲਾਜ਼ਮਾਂ ਨੂੰ ਕਹਿਆ ਜਾਂਦਾ ਹੈ, ਸਾਨੂੰ ਖਬਰ ਮਿਲੀ ਹੈ ਮਹਾਰਾਣੀ ਜਿੰਦ ਕੌਰ ਦੇ ਕੋਲ ਕੁਝ ਚਿੱਠੀਆਂ ਪੱਤਰ ਹਨ, ਮਹਾਰਾਣੀ ਜਿੰਦ ਕੌਰ ਦੀ ਤਲਾਸ਼ੀ ਲਈ ਜਾਵੇ। ਤੇ ਮਹਾਰਾਣੀ ਜਿੰਦ ਕੌਰ ਨੂੰ ਬਿਲਕੁਲ ਨਗਨ ਅਵਸਥਾ ਦੇ ਵਿੱਚ ਸਾਰਿਆਂ ਦੇ ਸਾਹਮਣੇ ਇਹਦੀ ਤਲਾਸ਼ੀ ਲਈ ਜਾਂਦੀ ਹੈ। ਮਹਾਰਾਣੀ ਜਿੰਦ ਕੌਰ ਉਹਦੇ ਬਹੁਤ ਜ਼ਿਆਦਾ ਸ਼ਰਮਿੰਦਾ ਹੁੰਦੀ ਹੈ, ਮੈਂ ਇੱਕ ਇੱਜ਼ਤਦਾਰ ਪਰਿਵਾਰ ਦੀ ਧੀ ਹਾਂ, ਮਹਾਰਾਣੀ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਹਾਂ, ਇੱਕ ਮਹਾਰਾਜੇ ਦੀ ਮਾਤਾ ਹਾਂ, ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਪਰ ਉਸ ਸਮੇਂ ਦੇ ਜੋ ਮੁਲਾਜ਼ਮ ਹੈ ਉਹ ਨਹੀਂ ਗੱਲ ਸੁਣਦੇ। ਗੋਲੀਆਂ ਦੇ ਸਾਹਮਣੇ ਬਿਲਕੁਲ ਨਗਨ ਅਵਸਥਾ ਦੇ ਵਿੱਚ ਇਹਦੀ ਤਲਾਸ਼ੀ ਲਈ ਜਾਂਦੀ ਹੈ। ਇਹ ਇੱਕ ਮਾਨਸਿਕ ਤਸੀਹ ਹੈ, ਕਿਸੇ ਨੂੰ ਮਾਨਸਿਕ ਤੌਰ ਤੇ ਇਸ ਤਰ੍ਹਾਂ ਉਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ, ਦੁੱਖ ਪਹੁੰਚਾਉਣਾ। ਜਦੋਂ ਤਲਾਸ਼ੀ ਲਈ ਜਾਂਦੀ ਹੈ 33 ਚਿੱਠੀਆਂ ਪੱਤਰ ਪ੍ਰਾਪਤ ਹੁੰਦੇ ਆ ਜੋ ਇਸ ਨੇ ਆਪਣੇ ਕੱਪੜਿਆਂ ਦੇ ਵਿੱਚ ਲੁਕੋ ਕੇ ਰੱਖੇ ਹੁੰਦੇ ਆ। ਪਰ ਉਹ ਪੱਤਰਾਂ ਦੇ ਵਿੱਚ ਕੋਈ ਵੀ ਬਗਾਵਤ ਦੀ ਗੱਲ ਨਹੀਂ ਹੁੰਦੀ, ਨਾ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਲਿਖੇ ਹੁੰਦੇ ਆ। ਮਹਾਰਾਣੀ ਜਿੰਦ ਕੌਰ ਨੇ ਜੋ ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਹੋਏ ਹੈ, ਹਾਲਾਤ ਪੈਦਾ ਹੋਏ ਆ, ਉਹਨਾਂ ਹਾਲਾਤਾਂ ਦਾ, ਉਹਨਾਂ ਦੁੱਖਾਂ ਦਾ ਜ਼ਿਕਰ ਕੀਤਾ ਹੋਇਆ ਉਹਨਾਂ ਪੱਤਰਾਂ ਦੇ ਵਿੱਚ, ਜਾਂ ਜੋ ਪੁੱਤਰ ਦੇ ਨਾਲ ਵਿਛੋੜਾ ਪੈ ਗਿਆ ਉਹਦਾ ਜ਼ਿਕਰ ਕੀਤਾ। ਮਹਾਰਾਣੀ ਜਿੰਦ ਕੌਰ ਨੇ ਆਪਣੇ ਦੁੱਖ ਲਿਖੇ ਹੋਏ ਹੈ ਉਹਨਾਂ ਚਿੱਠੀਆਂ ਪੱਤਰਾਂ ਦੇ ਵਿੱਚ। ਕੋਈ ਉਹ ਚਿੱਠੀ ਪੱਤਰ ਸਰਕਾਰ ਦੇ ਖਿਲਾਫ ਨਹੀਂ, ਨਾ ਸਰਕਾਰ ਦੀ ਬਗਾਵਤ ਕਰਨ ਦੇ ਖਿਲਾਫ ਹੈ। ਇਸ ਦਿਨ 12 ਜੁਲਾਈ 1848 ਈਸਵੀ ਦੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਮਹਾਰਾਣੀ ਜਿੰਦ ਕੌਰ ਦੇ ਨਾਲ। ਸੋ ਸਮੇਂ ਦੀ ਸਮਾਪਤੀ ਹੈ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ ਕਿਵੇਂ ਮਹਾਰਾਣੀ ਜਿੰਦ ਕੌਰ ਆਪਣਾ ਭੇਸ਼ ਬਦਲ ਕੇ ਇਸ ਜੇਲ੍ਹ ਦੇ ਵਿੱਚੋਂ ਆਜ਼ਾਦ ਹੁੰਦੀ ਹੈ, ਨੇਪਾਲ ਦੇ ਰਾਜੇ ਦੇ ਕੋਲ ਪਹੁੰਚਦੀ ਹੈ। ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਇੰਗਲੈਂਡ ਲਿਜਾਇਆ ਜਾਂਦਾ ਹੈ। ਕਿੰਨਾ ਜ਼ਿਆਦਾ ਵੱਡਾ ਵਿਛੋੜਾ ਪਾ ਦਿੱਤਾ ਜਾਂਦਾ ਹੈ, ਉਹ ਆਪਾਂ ਘਟਨਾਵਾਂ ਕੱਲ੍ਹ ਨੂੰ ਵਿਚਾਰਾਂਗੇ। ਸੋ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।